ਯੂਨੀਵੀਜ਼ਾ ਕੰਸਲਟੈਂਟਸ ਡੀਲ ਕਰਦਾ ਹੈ ਹਰ ਦੇਸ਼ ਦੇ ਸਟੱਡੀ ਵੀਜ਼ਾ ਦੇ ਵਿੱਚ। ਸਿਰਫ ਇੱਥੋਂ ਤੱਕ ਹੀ ਨਹੀਂ, ਜਦੋਂ ਸਟੱਡੀ ਵੀਜ਼ਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਵੀ ਸਟੂਡੈਂਟਸ ਦੀ ਹੈਲਪ ਕੀਤੀ ਜਾਂਦੀ ਹੈ। ਜਿਵੇਂ ਕਿ ਜੇਕਰ ਸਟੂਡੈਂਟ ਨੇ ਅਕੋਮੋਡੇਸ਼ਨ ਲੈਣੀ ਹੈ, ਕੋਰਸ ਰਜਿਸਟਰ ਕਰਨਾ ਹੈ ਜਾਂ ਕਿ ਸਟੱਡੀ ਵੀਜ਼ਾ ਤੋਂ ਬਾਅਦ ਵਰਕ ਪਰਮਿਟ ਜਾਂ PR ਅਪਲਾਈ ਕਰਨੀ ਹੈ। ਯੂਨੀਵੀਜ਼ਾ ਕੰਸਲਟੈਂਟਸ ਇਸ ਤੋਂ ਬਿਨਾਂ ਟੂਰਿਸਟ ਵੀਜ਼ਾ ਐਂਡ ਬਿਜ਼ਨਸ ਵੀਜ਼ਾ ਵਿੱਚ ਵੀ ਡੀਲ ਕਰਦਾ ਹੈ। ਯੂਨੀਵੀਜ਼ਾ ਕੰਸਲਟੈਂਟਸ ਦੀਆਂ ਇੰਡੀਆ, ਆਸਟ੍ਰੇਲੀਆ, ਕੈਨੇਡਾ ਅਤੇ UK ਦੇ ਵਿੱਚ ਬ੍ਰਾਂਚਸ ਹਨ। ਇੰਡੀਆ ਦੇ ਵਿੱਚ ਪੰਜਾਬ ਵਿੱਚ 3 ਬ੍ਰਾਂਚਸ ਹਨ ਜੋ ਕਿ ਬਠਿੰਡਾ, ਮੋਹਾਲੀ ਅਤੇ ਸੰਗਰੂਰ ਵਿੱਚ ਲੋਕੇਟਡ ਹਨ। ਸੋ ਕਿਸੇ ਵੀ ਕੰਟਰੀ ਦੇ ਵੀਜ਼ਾ ਸੰਬੰਧੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰਸ ਤੋਂ ਲੈ ਸਕਦੇ ਹੋ। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਮੇਰੇ ਨਾਲ ਯਾਨੀ ਕਿ ਹਰਮੀਤ ਬਮਰਾ ਦੇ ਨਾਲ, ਤੇ ਮੇਰਾ ਸਾਥ ਦੇ ਰਹੇ ਨੇ ਕਰਨ ਸਹਿਗਲ ਜੀ ਮੈਲਬਨ ਤੋਂ, ਯੂਨੀਵੀਜ਼ਾ ਕੰਸਲਟੈਂਟਸ ਤੋਂ, ਤੇ ਨਾਲ ਹੀ ਮਾਈਗ੍ਰੇਟ ਮੀ ਐਕਸਪਰਟ ਤੋਂ। ਕਰਨ ਸਹਿਗਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਰਨ ਸਹਿਗਲ ਜੀ, ਤੁਸੀਂ ਸਭ ਤੋਂ ਪਹਿਲੇ ਸਾਨੂੰ ਇਹ ਦੱਸੋਗੇ ਕਿ ਅੱਜ ਕੱਲ੍ਹ ਜਿਸ ਤਰੀਕੇ ਨਾਲ ਸਟੂਡੈਂਟਸ ਦੇ ਕੈਂਸਲੇਸ਼ਨ ਜਿਹੜੀਆਂ ਕਿ ਇਮੀਗ੍ਰੇਸ਼ਨ ਆਫਿਸ ਵੱਲੋਂ ਕਾਫੀ ਸਾਰੇ ਸਟੂਡੈਂਟਸ ਨੂੰ ਲੈਟਰਸ ਆ ਰਹੀਆਂ, ਈਮੇਲਸ ਆ ਰਹੀਆਂ ਕਿ ਉਹਨਾਂ ਦਾ ਵੀਜ਼ਾ ਕੈਂਸਲ ਹੋ ਰਿਹਾ, ਕਿ ਉਹਨਾਂ ਕੈਂਸਲ ਕਰ ਦਿੱਤਾ ਜਾਵੇ, ਕੁਛ ਇਸ ਤਰੀਕੇ ਨਾਲ, ਤੇ ਉਹ ਕਿਹੜੇ ਕਾਰਨ ਹੈਗੇ ਨੇ, ਕਿੰਨਾ ਕਾਰਨਾਂ ਕਰਕੇ ਉਹਨਾਂ ਨੂੰ ਇਹ ਕੈਂਸਲੇਸ਼ਨ ਆ ਰਹੀਆਂ ਤੇ ਕਿੰਨਾ ਕਾਰਨਾਂ ਨੂੰ ਉਹ ਅਵੋਇਡ ਕਰ ਸਕਦੇ ਨੇ ਕਿ ਜਿਨ੍ਹਾਂ ਨਾਲ ਇਹ ਲੈਟਰਸ ਜਾਂ ਈਮੇਲਸ ਉਹਨਾਂ ਨੂੰ ਨਾ ਆਉਣ? ਦੇਖੋ ਜੀ, ਸਭ ਤੋਂ ਵੱਡਾ ਜਿਹੜਾ ਰੀਜ਼ਨ ਹੁੰਦਾ ਹੈਗਾ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਦਾ, ਉਹ ਹੁੰਦਾ ਹੈ ਕਿ ਸਟੂਡੈਂਟਸ ਆਪਣੇ ਵੀਜ਼ਾ ਦੀਆਂ ਕੰਡੀਸ਼ਨਸ ਬ੍ਰੀਚ ਕਰ ਜਾਂਦੇ ਨੇ। ਜੇ ਸਟੂਡੈਂਟ ਕੋਈ ਵੀ ਵੀਜ਼ਾ ਦੀ ਕੰਡੀਸ਼ਨ ਬ੍ਰੀਚ ਕਰਦਾ ਹੈ, ਇਹ ਵੀਜ਼ਾ ਕੈਂਸਲੇਸ਼ਨ ਨੂੰ ਲੀਡ ਹੋ ਸਕਦੀ ਹੈ। ਇਸ ਦੇ ਵਿੱਚ ਕਾਫੀ ਸਾਰੀਆਂ ਕੰਡੀਸ਼ਨਸ ਹੁੰਦੀਆਂ ਜਿਹੜੀਆਂ ਉਹਨਾਂ ਦੇ ਵੀਜ਼ਾ ਦੇ ਨਾਲ ਅਟੈਚ ਹੁੰਦੀਆਂ, ਉਹਨਾਂ ਦੇ ਵੀਜ਼ਾ 'ਤੇ ਲਿਖੀਆਂ ਵੀ ਹੁੰਦੀਆਂ, ਉਸ ਨੂੰ ਸਟੂਡੈਂਟਸ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਜਿਸ ਦੇ ਵਿੱਚੋਂ ਸਭ ਤੋਂ ਜਿਹੜੀ ਮੇਨ ਇੰਪੋਰਟੈਂਟ ਕੰਡੀਸ਼ਨ ਹੁੰਦੀ ਹੈ, ਇੱਕ ਤਾਂ ਆਪਣੀ ਅਟੈਂਡੈਂਸ। ਜੇ ਕੋਈ ਅਟੈਂਡੈਂਸ ਮੋਨੀਟਰ ਕਰ ਰਿਹਾ ਕਾਲਜ ਦੇ, ਤੁਸੀਂ ਅਟੈਂਡੈਂਸ ਨਹੀਂ ਹੈਗੀ, ਤੁਹਾਡੀ 80% ਅਟੈਂਡੈਂਸ ਹੋਣੀ ਚਾਹੀਦੀ ਹੈ, ਤੇ ਤੁਹਾਡੀ ਅਟੈਂਡੈਂਸ ਨਹੀਂ ਹੈਗੀ ਹੈ ਤਾਂ ਕਾਲਜ ਜੇ ਤੁਹਾਡੀ ਕੈਂਸਲੇਸ਼ਨ ਕਰਦਾ ਹੈ ਤੇ ਰਿਪੋਰਟ ਕਰਦਾ ਹੈ ਤਾਂ ਉਹ ਤੁਹਾਡਾ ਵੀਜ਼ਾ ਕੈਂਸਲ ਹੋ ਸਕਦਾ ਉਸ ਦੇ ਬਿਹਾਫ ਤੇ। ਜੀ ਮੈਂ ਤੁਹਾਨੂੰ ਇੱਕ ਸੈਕਿੰਡ ਇੱਥੇ ਹੀ ਰੋਕਾਂ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ 80% ਦੀ ਅਟੈਂਡੈਂਸ ਹੋਣੀ ਚਾਹੀਦੀ ਹੈ, ਤੇ ਇਹ ਅੱਜ ਕੱਲ੍ਹ ਕੋਵਿਡ ਕਰਕੇ ਆਨਲਾਈਨ ਜਿਸ ਤਰੀਕੇ ਨਾਲ ਕੁਝ ਸਟੂਡੈਂਟਸ ਇੰਡੀਆ ਬੈਠੇ ਨੇ, ਕੁਝ ਇੱਥੇ ਬੈਠੇ ਨੇ, ਕਾਲਜਿਸ 'ਚ ਨਹੀਂ ਜਾ ਰਹੇ, ਤੇ ਇਹ ਅਟੈਂਡੈਂਸ ਇਹ ਵੀ ਕੰਸੀਡਰੇਬਲ ਹੀ ਹੈ ਕਿ ਜਿਹੜਾ ਵੀ ਆਨਲਾਈਨ ਰੋਜ਼ ਹੁੰਦਾ ਹੈ ਉਹਨਾਂ ਦੇ ਨਾਲ, ਜਿਸ ਤਰੀਕੇ ਨਾਲ ਵੀ ਉਹਨਾਂ ਦਾ ਸ਼ਡਿਊਲ ਹੈ। ਦੇਖੋ, ਇਸ ਜਿਹੜੀ ਇਹ ਕੰਡੀਸ਼ਨ ਹੈਗੀ ਅਟੈਂਡੈਂਸ ਵਾਲੀ, ਇਸ ਦੇ ਵਿੱਚ ਡਿਪਾਰਟਮੈਂਟ ਥੋੜੀ ਰਿਲੈਕਸੇਸ਼ਨ ਦਿੱਤੀ ਹੈ। ਡਿਪਾਰਟਮੈਂਟ ਅੰਡਰਸਟੈਂਡ ਕਿ ਹਾਂ ਸਟੂਡੈਂਟਸ ਮੀਟ ਨਹੀਂ ਕਰ ਪਾਉਣਗੇ ਮੈਂ ਵੀ ਅਟੈਂਡੈਂਸ ਇਸ ਡਿਊਰਿੰਗ ਦਿਸ ਟਾਈਮ, ਤੇ ਉਸ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਟਾਈਮ ਨਹੀਂ ਦਿੱਤੀ ਜਾ ਰਹੀ ਹੈਗੀ ਹੈ। ਬਟ ਯੈਸ, ਸਟੂਡੈਂਟਸ ਨੂੰ ਇਹ ਹੈਗਾ ਕਿ ਆਪਣੀ ਕੋਰਸ ਰਿਕੁਆਇਰਮੈਂਟਸ ਮੀਟ ਕਰਨੀਆਂ ਹੀ ਪੈਣਗੀਆਂ। ਇਹ ਨਹੀਂ ਹੈਗਾ ਕਿ ਸਟੂਡੈਂਟ ਕਹਿ ਰਿਹਾ ਕਿ ਜੀ ਮੈਂ ਕਾਲਜ ਨੇ ਮੈਨੂੰ ਪ੍ਰੋਵਾਈਡ ਨਹੀਂ ਕੀਤੀ। ਹਰ ਇੱਕ ਕਾਲਜ ਆਨਲਾਈਨ ਸਟੱਡੀ ਪ੍ਰੋਵਾਈਡ ਕਰ ਰਿਹਾ ਹੈਗਾ, ਠੀਕ ਹੈ, ਤੇ ਸਟੂਡੈਂਟਸ ਨੂੰ ਐਜ਼ ਏ ਬਿਕੋਜ਼ ਉਹਨਾਂ ਕੋਲ ਸਟੂਡੈਂਟ ਵੀਜ਼ਾ ਹੈਗਾ ਤਾਂ ਉਹਨਾਂ ਦਾ ਇੱਕ ਫਰਜ਼ ਬਣਦਾ ਕਿ ਉਹ ਆਪਣੀ ਕਲਾਸਾਂ ਲਗਾਉਣ ਤੇ ਆਪਣੀ ਅਸੈਸਮੈਂਟਸ ਜਿਹੜੀਆਂ ਹੈਗੀਆਂ ਉਹ ਟਾਈਮ ਸਿਰ ਕਰਕੇ ਦੇਣ। ਇਸ ਦੇ ਵਿੱਚ ਜ਼ਰੂਰ ਕਈ ਸਟੂਡੈਂਟਸ ਐਸੇ ਹੈਗੇ ਜਿਹੜਾ ਕੋਰਸ ਟਾਈਮ ਤੇ ਨਹੀਂ ਫਿਨਿਸ਼ ਕਰ ਪਾ ਰਹੇ, ਉਹ ਸਭ ਅੰਡਰਸਟੈਂਡ ਹੋ ਪਾ ਰਿਹਾ, ਡਿਪਾਰਟਮੈਂਟ ਵੀ ਅੰਡਰਸਟੈਂਡ ਕਰ ਰਿਹਾ ਇਸ ਚੀਜ਼ ਨੂੰ। ਬਟ ਸਟਿਲ ਅਗਰ ਤੁਸੀਂ ਬਿਲਕੁਲ ਹੀ ਅਟੈਂਡ ਨਹੀਂ ਕਰ ਰਹੇ, ਕਦੀ ਆਨਲਾਈਨ ਜਾ ਹੀ ਨਹੀਂ ਰਹੇ, ਤਾਂ ਡੈਫੀਨੇਟਲੀ ਇਹ ਇੱਕ ਬਹੁਤ ਵੱਡਾ ਮਤਲਬ ਫਲੋ ਹੈਗਾ ਤੁਹਾਡੇ ਲਈ। ਮਤਲਬ ਤੁਸੀਂ ਬਰੀਚ ਕਰ ਰਹੇ ਹੋ ਇੱਕ ਤਰ੍ਹਾਂ ਆਪਣੇ ਵੀਜ਼ਾ ਦੀ ਕੰਡੀਸ਼ਨ, ਬਿਕੋਜ਼ ਤੁਹਾਨੂੰ ਕਾਲਜ ਨੇ ਇੱਕ ਫੈਸਿਲਿਟੀ ਦਿੱਤੀ ਹੈਗੀ ਹੈ ਕਿ ਆਨਲਾਈਨ ਕਲਾਸਾਂ ਲੱਗ ਰਹੀਆਂ, ਠੀਕ ਹੈ। ਜੇ ਤੁਸੀਂ ਨਹੀਂ ਅਟੈਂਡ ਕਰ ਰਹੇ, ਹਾਂਜੀ ਜੇ ਤੁਸੀਂ ਅਟੈਂਡ ਨਹੀਂ ਕਰ ਰਹੇ ਹੈਗੇ ਆ ਤਾਂ ਉਸ ਦੇ ਵਿੱਚ ਤੁਹਾਡੇ ਕੋਲ ਕੋਈ ਰੀਜ਼ਨ ਹੋਣਾ ਚਾਹੀਦਾ, ਜਿਸ ਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਪਹਿਲਾ ਹੈਗਾ ਕਿ ਹਾਂ ਜੇ ਤੁਸੀਂ ਆਪਣੀ ਸਟੱਡੀਜ਼ ਡੈਫਰ ਕੀਤੀਆਂ ਹੈਗੀਆਂ ਤੇ ਤੁਸੀਂ ਆਪਣੇ ਕਾਲਜ ਨੂੰ ਦੱਸਿਆ ਹੈਗਾ ਕਿ ਮੈਂ ਹਲੇ ਡੈਫਰ ਜਾਂ ਸਸਪੈਂਡ ਕਰ ਰਿਹਾ ਸਟੱਡੀਜ਼ ਡਿਊਰਿੰਗ ਦਿਸ ਟਾਈਮ, ਤੇ ਕਾਲਜ ਨੇ ਅਪਰੂਵ ਕੀਤਾ ਹੈਗਾ, ਦੈਨ ਤੁਹਾਨੂੰ ਅਟੈਂਡ ਕਰਨ ਦੀ ਲੋੜ ਨਹੀਂ ਹੈਗੀ ਕਲਾਸਿਸ। ਬਟ ਜੇ ਤੁਸੀਂ ਕਾਲਜ ਨੂੰ ਇਨਫੋਰਮ ਨਹੀਂ ਕੀਤਾ, ਵਿਦਆਊਟ ਇਨਫੋਰਮੇਸ਼ਨ ਆਪਣੀ ਮਰਜ਼ੀ ਦੇ ਨਾਲ ਹੀ ਤੁਸੀਂ ਕਲਾਸਾਂ ਨਹੀਂ ਲਾ ਰਹੇ ਹੈਗੇ, ਦੈਨ ਯੈਸ ਤੁਸੀਂ ਆਪਣੇ ਵੀਜ਼ਾ ਦੀ ਕੰਡੀਸ਼ਨ ਨੂੰ ਬ੍ਰੀਚ ਕਰ ਰਹੇ ਹੋ। ਮੇਨਲੀ ਇਹ ਕਾਮਨ ਕਾਜ਼ ਹੈਗੀ ਹੈ ਕਿ ਜਿਹੜੀ ਕਿ ਕੈਂਸਲੇਸ਼ਨ ਦੀ ਤੁਸੀਂ ਕਹਿ ਰਹੇ ਹੋ। ਹਾਂਜੀ, ਇਸ ਦੇ ਵਿੱਚ ਕਾਮਨ ਕਾਜ਼ ਦੇ ਵਿੱਚ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਹੁੰਦੀ ਹੈ, ਤੁਹਾਡੇ ਜਿਹੜੇ ਹੈਗੇ ਆ ਜੀ ਵਰਕਿੰਗ ਆਵਰਸ। ਕਈ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਵਰਕਿੰਗ, ਉਹਨਾਂ ਨੂੰ ਸਟੂਡੈਂਟ ਵੀਜ਼ਾ ਦੇ ਉੱਤੇ ਸਿਰਫ 40 ਆਵਰਸ ਫੋਰਟਨਾਈਟ ਅਲਾਊਡ ਹੈ ਕੰਮ ਕਰਨਾ ਜੀ।
ਬਟ ਮੋਸਟ ਆਫ ਦੀ ਸਟੂਡੈਂਟ ਕਈ ਵਾਰ ਉਹ ਕੇਅਰ ਨਹੀਂ ਕਰਦੇ ਇਸ ਚੀਜ਼ ਦੇ ਲਈ, ਤੇ ਕਈਆਂ ਨੂੰ ਪਤਾ ਨਹੀਂ ਹੁੰਦਾ। ਉਹ ਲੈਟਸ ਸੇ ਕਿਸੇ ਨੇ ਕਈ ਇਹ ਵੀ ਡਰ ਜਾਂਦੇ, ਲੈਟਸ ਸੇ ਇੱਕ ਹਫਤੇ ਉਸਨੇ 40 ਘੰਟੇ ਕਰ ਲਏ ਆ, ਤਾਂ ਨੈਕਸਟ ਵੀਕ ਉਹ ਕੰਮ ਨਹੀਂ ਕਰ ਸਕਦਾ ਹੈਗਾ। ਮਤਲਬ ਇਹ 2 ਹਫ਼ਤਿਆਂ ਦੇ ਵਿੱਚ ਤੁਸੀਂ 40 ਘੰਟੇ ਕੰਮ ਕਰਨਾ ਹੈਗਾ। ਜੇ ਇੱਕ ਹਫਤੇ ਤੁਸੀਂ 10 ਘੰਟੇ ਕੀਤੇ, ਅਗਲੇ ਹਫਤੇ 30 ਘੰਟੇ ਵੀ ਕਰ ਸਕਦੇ ਹੋ। ਔਰ ਇਹ ਜਿਹੜੀ ਫੋਰਟਨਾਈਟ ਹੈ, ਇਟ ਸਟਾਰਟਸ ਫਰੋਮ ਮੰਡੇ। ਜਿਹੜੀ ਵਰਕ ਰਿਸਟ੍ਰਿਕਸ਼ਨਸ ਹੈਗੀਆਂ ਸਟੂਡੈਂਟਸ ਵੀਜ਼ਾ ਦੇ ਉੱਤੇ, ਉਹ 40 ਆਵਰਸ ਫੋਰਟਨਾਈਟ ਹੈਗੀਆਂ, ਤੇ ਇਹ ਫੋਰਟਨਾਈਟ ਮੰਡੇ ਤੋਂ ਸਟਾਰਟ ਹੁੰਦੀ ਹੈ। ਤੇ ਸਟੂਡੈਂਟਸ ਮੋਸਟਲੀ ਕੀ ਹੁੰਦਾ ਹੈ ਕਿ ਕਈ ਸਟੂਡੈਂਟਸ ਇਸ ਚੀਜ਼ ਦੇ ਉੱਤੇ ਧਿਆਨ ਨਹੀਂ ਦੇ ਪਾਉਂਦੇ ਜਾਂ ਕੁਝ ਨਹੀਂ ਕਰ ਪਾਉਂਦੇ, ਤੇ ਡਿਪਾਰਟਮੈਂਟ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸਟ੍ਰਿਕਟਲੀ ਦੇਖਦਾ ਹੈਗਾ। ਤੇ ਜੇ ਉਹ ਕੋਈ ਵੀ ਸਟੂਡੈਂਟ 40 ਘੰਟੇ ਤੋਂ ਜ਼ਿਆਦਾ ਕੰਮ ਕਰਦਾ ਫੜਿਆ ਜਾਂਦਾ ਹੈ ਜਾਂ ਡਿਪਾਰਟਮੈਂਟ ਨੂੰ ਪਤਾ ਲੱਗਦਾ ਹੈ, ਤਾਂ ਉਸਦਾ ਇਮੀਡੀਏਟਲੀ ਵੀਜ਼ਾ ਕੈਂਸਲੇਸ਼ਨ ਹੈਗਾ ਜੀ। ਜਿਨ੍ਹਾਂ ਦਾ ਕਿ ਕੁਝ ਪ੍ਰੋਬਲਮ ਆ ਰਹੀ ਹੈ ਡੂਰਿੰਗ ਕੋਵਿਡ ਕਰਕੇ, ਕਿ ਉਹਨਾਂ ਕੋਲ ਫੀਸ ਨਹੀਂ ਹੈਗੀ, ਮਤਲਬ ਕਿ ਇਨ ਟਾਈਮ ਜਮ੍ਹਾਂ ਕਰਾਉਣ ਨੂੰ, ਇਹ ਨਹੀਂ ਕਹਿ ਰਹੇ ਕਿ ਉਹ ਨਹੀਂ ਪੇ ਕਰ ਪਾਉਣਗੇ, ਮਗਰ ਕਾਲਜਿਸ ਵੱਲੋਂ ਉਹਨਾਂ ਨੂੰ ਇਨਫੋਰਮ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਇਹਨਾਂ ਨੇ ਫੀਸ ਨਹੀਂ ਪੇ ਕੀਤੀ, ਤੇ ਉਹਨਾਂ ਦੇ ਵੀ ਕੈਂਸਲੇਸ਼ਨ ਦੀ ਉਹਨਾਂ ਨੂੰ ਈਮੇਲ ਆ ਰਹੀਆਂ। ਕੀ ਇੱਦਾਂ ਹੁੰਦਾ ਕਿ ਕਾਲਜ ਅਗਰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹ ਇਤਲਾਹ ਦੇਵੇ ਕਿ ਇਹਨੇ ਫੀਸ ਕਾਲਜ ਦੀ ਨਹੀਂ ਜਮ੍ਹਾਂ ਕਰਾਈ, ਤੇ ਉਹ ਵੀ ਇੱਕ ਕਾਰਨ ਬਣ ਸਕਦਾ ਇਹਨਾਂ ਦੀ ਕੈਂਸਲੇਸ਼ਨ ਦਾ? ਦੇਖੋ ਜੀ, ਜਿਹੜਾ ਕੈਂਸਲੇਸ਼ਨਸ ਹੈਗੀਆਂ, ਕੈਂਸਲੇਸ਼ਨ ਦੇ ਵਿੱਚ ਕਾਫੀ ਰੀਜ਼ਨ ਆ ਜਾਂਦੇ ਆ। ਫੀਸ ਵੀ ਇੱਕ ਰੀਜ਼ਨ ਹੈਗਾ, ਜਿਸ ਦੇ ਵਿੱਚੋਂ ਲੈਟਸ ਸੇ ਤੁਸੀਂ ਕਾਲਜ ਪੜ੍ਹ ਰਹੇ ਹੋ, ਠੀਕ ਹੈ, ਤੁਸੀਂ ਫੀਸ ਨਹੀਂ ਪੇ ਕੀਤੀ ਹੈਗੀ। ਅੰਡਰਸਟੈਂਡ ਹੈ ਕਿ ਹਾਂ ਕੋਵਿਡ ਕਰਕੇ ਕਾਫੀ ਸਟੂਡੈਂਟਸ ਕੋਲ ਇਸ ਟਾਈਮ ਫੰਡਸ ਨਹੀਂ ਹੈਗੇ ਆ ਜਾਂ, ਬਟ ਇੱਕ ਇਸ ਦੇ ਵਿੱਚ ਇੱਕ ਓਬਲੀਗੇਸ਼ਨ ਵੀ ਆ ਜਾਂਦੀ ਹੈ। ਜਦੋਂ ਉਹ ਸਟੂਡੈਂਟ ਵੀਜ਼ਾ ਆਪਾਂ ਅਪਲਾਈ ਕੀਤਾ ਹੁੰਦਾ ਤਾਂ ਉਸ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਹਾਂ ਸਾਡੇ ਕੋਲ ਫੀਸ ਹੈਗੀ ਹੈ, ਠੀਕ ਹੈ, ਅਸੀਂ ਆਪਣੇ ਖਰਚੇ ਉਹ ਕਰ ਸਕਦੇ ਹਾਂ। ਤੇ ਦੂਸਰੀ ਚੀਜ਼ ਇਹ ਹੈ ਇਸ ਦੇ ਵਿੱਚ ਕਿ ਜਦ ਸਟੂਡੈਂਟ ਕਹਿੰਦਾ ਠੀਕ ਹੈ ਕੋਈ ਚੱਕਰ ਨਹੀਂ ਹੈ, ਮੇਰਾ ਕੈਂਸਲ ਹੋ ਜਾਣ ਦਿਓ, ਕਰ ਦਿੰਦਾ ਕਾਲਜ, ਤਾਂ ਮੈਨੂੰ ਕੋਈ ਉਹ ਨਹੀਂ ਹੈ, ਠੀਕ ਹੈ, ਮੈਂ ਕੁਝ ਹੋਰ ਦੇਖ ਲਾਂਗਾ ਜਾਂ ਕੁਝ ਵੀ ਹੈ। ਉਸ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਸਟੂਡੈਂਟ ਦੀ ਕੈਂਸਲੇਸ਼ਨ ਹੋ ਗਈ ਹੁੰਦੀ ਹੈ, ਤੇ ਸਟੂਡੈਂਟ 2-2 3-3 ਮਹੀਨੇ ਕਿਤੇ ਹੋਰ ਐਡਮਿਸ਼ਨ ਵੀ ਨਹੀਂ ਲੈਂਦਾ, ਜਾਂ ਨਾ ਕਾਲਜ ਨਾਲ ਗੱਲ ਕਰਦਾ ਨਾ ਕੁਝ ਵੀ ਹੈ। ਤਾਂ ਉਸ ਦੇ ਵਿੱਚ ਕੀ ਹੈ ਕਿ ਉਹ ਇੱਕ ਆਪਣੀ ਵੀਜ਼ਾ ਕੰਡੀਸ਼ਨ ਬ੍ਰੀਚ ਕਰ ਰਿਹਾ ਹੈ, ਕਿਉਂਕਿ ਇੱਕ ਵੀਜ਼ਾ ਕੰਡੀਸ਼ਨ ਹੈਗੀ ਹੈ ਯੂ ਮਸਟ ਰਿਮੇਨ ਇਨਰੋਲ ਇਨ ਦਾ ਕੋਰਸ, ਠੀਕ ਹੈ ਜੀ। ਤੇ ਉਹ ਅਗਰ ਇਨਰੋਲ ਨਹੀਂ, ਰਿਮੇਨ ਇਨਰੋਲਡ, ਵੀਜ਼ਾ ਕੰਡੀਸ਼ਨ ਨੰਬਰ ਹੈ 808202, ਉਹਨਾਂ ਨੂੰ ਇਨਰੋਲ ਰਹਿਣਾ ਪੈਂਦਾ ਹੈ ਕਿਸੇ ਵੀ ਸਟੱਡੀ ਦੇ ਵਿੱਚ। ਜੇ ਇਨਰੋਲ ਨਹੀਂ ਹੈਗੇ ਹੈ, ਠੀਕ ਹੈ, ਤੇ ਹਾਂ ਕਿਸੇ ਸਟੱਡੀ ਦੇ ਵਿੱਚ 2 ਮਹੀਨੇ ਤੋਂ ਜ਼ਿਆਦਾ ਦਾ ਗੈਪ ਹੈਗਾ, ਲੈਟਸ ਸੇ ਤੁਹਾਡੀ ਅੱਜ ਸੀਓਈ ਕੈਂਸਲ ਹੋਈ ਹੈ, ਤਾਂ ਯੂਜ਼ਲੀ ਕੀ ਹੁੰਦਾ ਕਿ ਵਿਦਿਨ 28 ਡੇਜ਼ ਤੁਹਾਨੂੰ ਸੀਓਈ ਲੈਣੀ ਹੁੰਦੀ ਹੈ, ਤੇ ਵਿਦਿਨ 2 ਮੰਥਸ, ਮੈਕਸਿਮਮ 2 ਮੰਥਸ ਦਾ ਗੈਪ ਅਲਾਉਡ ਹੈ, ਤੇ ਵਿਦਿਨ 2 ਮੰਥਸ ਕੋਰਸ ਸਟਾਰਟ ਕਰਨਾ ਪੈਂਦਾ ਹੈ, ਠੀਕ ਹੈ। ਜੇ ਕੋਈ ਸਟੂਡੈਂਟ ਇਸ ਤੋਂ ਜ਼ਿਆਦਾ ਕਰ ਰਿਹਾ ਹੈ, ਯੈਸ, ਇਹ ਤੁਹਾਡੇ ਵੀਜ਼ਾ ਉੱਤੇ ਇਫੈਕਟ ਪਾ ਸਕਦਾ, ਡੈਫੀਨੇਟਲੀ ਪਾ ਸਕਦਾ ਜੀ। ਤੇ ਜੇਕਰ ਹੁਣ ਗੱਲ ਕਰੀਏ ਟੂਰਿਸਟ ਜਿਹੜੇ ਆਉਂਦੇ ਨੇ, ਟੂਰਿਸਟ ਵੀਜ਼ਾ ਦੇ ਉੱਤੇ ਕਹਿ ਰਹੇ ਹਾਂ, ਜਿਹੜੇ ਟੂਰਿਸਟ ਵੀਜ਼ਾ ਨੂੰ ਆਪਣੇ ਕਨਵਰਟ ਕਰਦੇ ਨੇ ਸਟੂਡੈਂਟ ਵੀਜ਼ਾ ਦੇ ਵਿੱਚ, ਤੇ ਜਿਹੜਾ ਇੱਕ ਟਾਈਮ ਪੀਰੀਅਡ ਹੈਗਾ ਜਿਹੜਾ ਟੂਰਿਸਟ ਵੀਜ਼ਾ ਤੋਂ ਸਟੂਡੈਂਟ ਵੀਜ਼ਾ ਦੇ ਉੱਤੇ ਜਾਣ ਦੇ ਵਿੱਚ, ਕੀ ਉਸ ਪੀਰੀਅਡ ਦੇ ਦੌਰਾਨ ਉਹ ਵਰਕ ਰਾਈਟਸ ਉਹਨਾਂ ਨੂੰ ਉਹ ਮਿਲ ਜਾਂਦੇ ਨੇ ਸਟੂਡੈਂਟ ਵੀਜ਼ਾ ਵਾਲੇ 40 ਆਵਰਸ ਵਾਲੇ, ਕਿ ਨਹੀਂ ਮਿਲਦੀ ਉਸ ਟਾਈਮ ਦੇ ਦੌਰਾਨ? ਨਹੀਂ ਜੀ, ਬਿਲਕੁਲ ਵੀ ਨਹੀਂ ਮਿਲਦੇ ਹੈਗੇ। ਜਦ ਤੱਕ ਤੁਸੀਂ ਤੁਹਾਡਾ ਵੀਜ਼ਾ ਨਹੀਂ ਆਉਂਦਾ ਹੈਗਾ, ਉਦੋਂ ਤੱਕ ਤੁਹਾਡੇ ਸੇਮ ਵਰਕਿੰਗ ਰਾਈਟ ਜਿਹੜੇ ਜੋ ਵੀਜ਼ਾ ਕੰਡੀਸ਼ਨਸ ਹੈ ਉਹ ਟੂਰਿਸਟ ਵਾਲੀਆਂ ਹੀ ਐਪਲੀਕੇਬਲ ਹੋਣਗੀਆਂ। ਨੋ ਵਰਕਿੰਗ ਰਾਈਟਸ ਹੋਣਗੇ ਤੁਹਾਡੇ ਕੋਲ, ਤੇ ਤੁਸੀਂ ਵਰਕ ਕਰ ਨਹੀਂ ਸਕਦੇ, ਬਿਲਕੁਲ ਵੀ ਨਹੀਂ ਕਰ ਸਕਦੇ। ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈਗਾ ਕਿ ਲੈਟਸ ਸੇ ਤੁਸੀਂ ਸਟੂਡੈਂਟ ਵੀਜ਼ਾ ਪਾਇਆ, ਤੁਹਾਡਾ ਐਗਜ਼ਾਮਪਲ ਜਸਟ ਹੈਗੀ ਹੈ ਕਿ ਵੀਜ਼ਾ ਤੁਹਾਡਾ ਸਟੂਡੈਂਟ ਕੋਰਸ ਤੁਹਾਡਾ ਦਸੰਬਰ 'ਚ ਸਟਾਰਟ ਹੋਣਾ, ਤੁਸੀਂ ਵੀਜ਼ਾ ਹੁਣ ਪਾਇਆ, ਤੇ ਤੁਹਾਡਾ ਵੀਜ਼ਾ ਆ ਗਿਆ, ਅੱਜ ਵੀਜ਼ਾ ਆ ਗਿਆ ਲੈਟਸ ਸੇ, ਤੇ ਤੁਹਾਡਾ ਦਸੰਬਰ 'ਚ ਕੋਰਸ ਸਟਾਰਟ ਹੋਣਾ, ਤੁਸੀਂ ਉਸ ਤੋਂ ਪਹਿਲਾਂ ਵੀ ਕੰਮ ਨਹੀਂ ਕਰ ਸਕਦੇ ਹੈਗੇ। ਈਵਨ ਜਿਹੜੇ ਸਟੂਡੈਂਟ ਵੀਜ਼ਾ ਲੈ ਕੇ ਆਉਂਦੇ ਆ, ਲੈਟਸ ਸੇ ਇੰਡੀਆ ਤੋਂ ਲੈ ਕੇ ਆਉਂਦੇ ਆ ਉਰੇ, ਤੇ ਉਹਨਾਂ ਦਾ ਕੋਰਸ ਨਹੀਂ ਸਟਾਰਟ ਜਦ ਤੱਕ ਹੁੰਦਾ, ਉਦੋਂ ਤੱਕ ਉਹ ਕੰਮ ਨਹੀਂ ਸਟਾਰਟ ਕਰ ਸਕਦੇ। ਤੇ ਇਹ ਚੀਜ਼ ਮੈਂ ਫਿਰ ਇੱਕ ਵਾਰੀ ਸਾਰੇ ਸਟੂਡੈਂਟਸ ਜਿਹੜੇ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ, ਤੇ ਉਹਨਾਂ ਨੂੰ ਦੁਬਾਰਾ ਇਹ ਚੀਜ਼ ਮੈਂ ਚਾਹਾਂਗਾ ਕਿ ਰਿਪੀਟ ਕਰ ਦਈਏ ਕਿ ਜਦੋਂ ਉਹ ਟੂਰਿਸਟ ਵੀਜ਼ੇ ਤੋਂ ਜਾਂਦੇ ਨੇ ਸਟੂਡੈਂਟ ਵੀਜ਼ਾ ਦੇ ਵਿੱਚ, ਅਗਰ ਉਹਨਾਂ ਦਾ ਵੀਜ਼ਾ ਆ ਵੀ ਜਾਂਦਾ ਤਾਂ ਤੁਸੀਂ ਬਿਲਕੁਲ ਵੀ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੀਆਂ ਕਲਾਸਿਸ ਸਟਾਰਟ ਨਹੀਂ ਹੋ ਜਾਂਦੀਆਂ। ਕਿਉਂਕਿ ਕਈ ਵਾਰੀ ਕੀ ਹੁੰਦਾ, ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਜਾਣੇ ਅਣਜਾਣੇ ਦੇ ਵਿੱਚ ਅਸੀਂ ਕਿਸੇ ਨੂੰ ਵੇਖਾ ਵੇਖੀ ਏਦਾਂ ਕੰਮ ਸ਼ੁਰੂ ਕਰ ਲੈਂਦੇ ਹਾਂ, ਤੇ ਉਹਦਾ ਫਿਰ ਭੁਗਤਾਨ ਸਾਨੂੰ ਹੀ ਕਰਨਾ ਪੈਣਾ, ਕਿਸੇ ਹੋਰ ਨੂੰ ਨਹੀਂ। ਕਾਮਨ ਜਿਹੜੀਆਂ ਹੈਗੀਆਂ ਰੀਜ਼ਨ ਕੋਸ ਹੈਗੀਆਂ ਕਿ ਜਿਹਦੇ ਨਾਲ ਸਟੂਡੈਂਟ ਵੀਜ਼ਾ ਕੈਂਸਲ ਹੋ ਜਾਂਦਾ, ਮੇਰੇ ਖਿਆਲ ਨਾਲ ਸਾਰੀਆਂ ਹੋ ਗਈਆਂ, ਤੇ ਅਗਰ ਕੋਈ ਹੋਰ ਹੈਗੀਆਂ ਤੇ ਤੁਸੀਂ ਪਲੀਜ਼ ਦੱਸ ਦਿਓ। ਹਾਂਜੀ, ਇਸ ਦੇ ਵਿੱਚ ਸਭ ਤੋਂ ਇੱਕ ਤਾਂ ਹੈਗੀ ਹੈ ਹੋਰ ਕੰਡੀਸ਼ਨ, ਜਿਵੇਂ ਕਈ ਸਟੂਡੈਂਟਸ, ਮੇਰੇ ਕੋਲ ਵੀ 1-2 ਸਟੂਡੈਂਟਸ ਇੱਥੇ ਆਏ ਆ ਜਿਨ੍ਹਾਂ ਨੂੰ ਸਟੂਡੈਂਟ ਵੀਜ਼ਾ ਦੀ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਹੈਲਥ ਕਵਰ ਮੇਨਟੇਨ ਕਰਕੇ ਰੱਖਣਾ ਹੈ। ਤੇ ਜੇ ਤੁਸੀਂ ਹੈਲਥ ਕਵਰ ਮੇਨਟੇਨ ਨਹੀਂ ਕੀਤਾ ਹੈਗਾ, ਦੈਟ ਮੀਨਸ ਤੁਸੀਂ ਸਟੂਡੈਂਟ ਵੀਜ਼ਾ ਕੰਡੀਸ਼ਨ ਬ੍ਰੀਚ ਕਰ ਰਹੇ ਹੋ। ਤੇ ਕਈ ਵਾਰ ਕੀ ਹੁੰਦਾ ਹੈਗਾ ਕਿ ਸਟੂਡੈਂਟ ਦਾ ਹੈਲਥ ਕਵਰ ਐਕਸਪਾਇਰ ਹੋ ਗਿਆ ਹੁੰਦਾ, ਤਾਂ ਸਟੂਡੈਂਟ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ,
ਕਿਉਂਕਿ ਕਈ ਵਾਰ ਕੀ ਹੁੰਦਾ ਸਟੂਡੈਂਟ ਨੇ ਲੈਟਸ ਸੇ ਹੈਲਥ ਕਵਰ ਲਿੱਤਾ ਜਦ ਤੱਕ ਦਾ ਵੀਜ਼ਾ ਹੈਗਾ, ਬਟ ਉਹਨਾਂ ਦਾ ਕੋਰਸ ਕੀ ਹੁੰਦਾ ਹੈ ਕਿ ਕੋਰਸ ਕਈ ਵਾਰ ਟਾਈਮ ਸਿਰ ਖਤਮ ਨਹੀਂ ਹੋ ਪਾਉਂਦਾ ਤੇ ਉਹਨਾਂ ਦੇ ਸਟੂਡੈਂਟ ਸੀਓਈ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਕਾਲਜ ਵੱਲੋਂ, ਤੇ ਜਦੋਂ ਨਵਾਂ ਵੀਜ਼ਾ ਪਾਉਣ ਲੱਗਦੇ ਆ ਮੇਬੀ ਉਦੋਂ ਤੱਕ ਉਹਨਾਂ ਕੋਲ ਹੁੰਦਾ ਹੀ ਨਹੀਂਗਾ ਆਪਣਾ ਹੈਲਥ ਹੈਲਥ ਕਵਰ, ਕਵਰ। ਤੇ ਉਹ ਧਿਆਨ ਵੀ ਨਹੀਂ ਦਿੰਦੇ ਕਈ ਵਾਰ ਸਟੂਡੈਂਟ ਇਸ ਚੀਜ਼ ਵੱਲ। ਉਹ ਜੇ ਤੁਸੀਂ ਲੈਟਸ ਸੇ ਵਿਦਿਨ 1 ਮੰਥ, ਕਈ ਵਾਰ ਤਾਂ ਕੰਪਨੀ ਹੁੰਦੀ ਹੈ ਤੁਸੀਂ ਕਾਲ ਕਰੋ ਤਾਂ ਉਹ ਰਿਨਿਊ ਕਰ ਦਿੰਦੇ ਬੈਕ ਡੇਟ ਤੋਂ, ਬਟ ਜੇ ਤੁਸੀਂ ਉਸ ਤੋਂ ਜ਼ਿਆਦਾ ਦੇ ਵਿੱਚ ਡਿਲੇ ਕਰ ਰਹੇ ਹੋ ਦੈਨ ਡੈਫੀਨੇਟਲੀ ਇਹ ਤੁਹਾਡਾ ਇੱਕ ਬਹੁਤ ਵੱਡਾ ਬ੍ਰੀਚ ਹੈਗਾ ਜਿਹੜਾ ਹੈਲਥ ਕਵਰ ਮੇਨਟੇਨ ਕਰਨ ਦਾ। ਅੰਡਰ ਬ੍ਰੀਚ। ਹਾਂਜੀ, ਤੇ ਇੱਕ ਜਿਹੜਾ ਹੋਰ ਮੈਂ ਇੱਕ ਦੱਸਣਾ ਚਾਹੂੰਗਾ ਸਟੂਡੈਂਟਸ ਦਾ, ਕਿ ਕਈ ਸਟੂਡੈਂਟਸ ਜਿਵੇਂ ਆਪਾਂ ਪਹਿਲਾਂ ਹੁਣ ਗੱਲ ਕੀਤੀ ਸੀ ਤੁਸੀਂ ਕਿ ਸਟੂਡੈਂਟ ਨੇ ਫੀਸ ਨਹੀਂ ਪੇ ਕੀਤੀ, ਠੀਕ ਹੈ, ਤੇ ਉਹਨਾਂ ਨੇ ਕੈਂਸਲ ਕਰ ਲਿੱਤਾ ਹੈਗਾ ਆਪਣਾ ਸੀਓਈ ਕੈਂਸਲ ਹੋ ਗਈ ਉਹਨਾਂ ਦੀ। ਤੇ ਇਸ ਦੇ ਵਿੱਚ ਦੋ ਤਰ੍ਹਾਂ ਦੀ ਚੀਜ਼ਾਂ ਆਉਂਦੀਆਂ, ਇੱਕ ਕਈ ਵਾਰ ਸਟੂਡੈਂਟਸ ਐਸਾ ਹੁੰਦਾ ਹੈ ਕਿ ਫੀਸ ਦਿੱਤੀ ਨਹੀਂ ਤੇ ਕੈਂਸਲ ਹੋ ਗਈ, ਤੇ ਉਸ ਦੇ ਵਿੱਚ ਕਈ ਵਾਰ ਸਟੂਡੈਂਟ ਹੁੰਦਾ ਹੈ ਕਿ ਕਿਤੇ ਹੋਰ ਐਡਮਿਸ਼ਨ ਵੀ ਨਹੀਂ ਲੈ ਸਕਦਾ। ਉਸਦਾ ਰੀਜ਼ਨ ਇਹ ਹੁੰਦਾ ਹੈ ਕਿ ਕਈ ਵਾਰ ਸਟੂਡੈਂਟ ਨੇ ਜਿਵੇਂ ਉਹਨਾਂ ਦਾ ਵੀਜ਼ਾ ਹੈਗਾ ਜਿਸ ਕਾਲਜ ਕੋਲੋਂ ਆਇਆ ਹੈ, ਜੇ ਉੱਥੇ ਪ੍ਰਿੰਸੀਪਲ ਕੋਰਸ ਦੇ ਵਿੱਚ 6 ਮਹੀਨੇ ਸਟੱਡੀ ਨਹੀਂ ਕੰਪਲੀਟ ਕੀਤੀ ਤਾਂ ਤੁਹਾਨੂੰ ਉੱਥੋਂ ਰਿਲੀਜ਼ ਲੈਟਰ ਚਾਹੀਦੀ ਹੈ। ਜੇ ਉਹ ਕਾਲਜ ਨੇ ਰਿਲੀਜ਼ ਨਹੀਂ ਕੀਤਾ ਤਾਂ ਤੁਸੀਂ ਕਿਤੇ ਵੀ ਐਡਮਿਸ਼ਨ ਨਹੀਂ ਲੈ ਸਕਦੇ ਹੋਰ ਵੀ ਕਿਸੇ ਕਾਲਜ ਦੇ ਵਿੱਚ। ਤੇ ਇਹ ਇੱਕ ਬਹੁਤ ਵੱਡੀ ਮਤਲਬ ਉਹਨਾਂ ਨੂੰ ਹੁੰਦਾ ਹੈ ਕਿ ਹਾਂ ਸਟੂਡੈਂਟਸ ਇਸ ਦੇ ਵਿੱਚ ਬ੍ਰੀਚ ਦੇ ਵਿੱਚ ਆ ਜਾਂਦੇ ਆ, ਕਿਉਂਕਿ ਉਹ ਕਾਫੀ ਟਾਈਮ ਇਸੇ ਉੱਤੇ ਸਪੈਂਡ ਕਰ ਦਿੰਦੇ ਆ ਕਿ ਚਲੋ ਮੈਂ ਇਸ ਕਾਲਜ ਲੱਭ ਲੈਣਾ, ਕਿਸੇ ਹੋਰ ਕਾਲਜ ਮਿਲ ਜਾ ਐਡਮਿਸ਼ਨ, ਜਾਂ ਵੇਟ ਕਰ ਲੈਂਦੇ ਆ ਕਿ ਹਾਂ ਚਲੋ ਜਸਟ 6 ਮਹੀਨੇ ਪੂਰੇ ਹੋਣਗੇ ਮੈਂ ਉਦੋਂ ਐਡਮਿਸ਼ਨ ਲੈ ਲਾਂਗਾ। ਤੇ ਮੈਕਸਿਮਮ ਜਿਵੇਂ ਮੈਂ ਦੱਸਿਆ ਸੀਗਾ ਕਿ ਗੈਪ ਸਿਰਫ 2 ਮਹੀਨੇ ਹੀ ਅਲਾਉਡ ਹੈ, ਜੇ ਤੁਸੀਂ ਉਸ ਤੋਂ ਜ਼ਿਆਦਾ ਕਰਦੇ ਹੋ ਤਾਂ ਡੈਫੀਨਿਟਲੀ ਤੁਸੀਂ ਬ੍ਰੀਚ ਕਰ ਰਹੇ ਹੋ ਆਪਣੀ ਵੀਜ਼ਾ ਕੰਡੀਸ਼ਨਸ। ਤੇ ਕਰਨ ਜੀ ਇੱਕ ਹੋਰ ਬੜਾ ਕਾਮਨ ਹੈ ਇਸ ਟਾਈਮ ਤੇ ਕੋਵਿਡ ਦੇ ਦੌਰਾਨ, ਜਦੋਂ ਕਿ ਕਈ ਟੂਰਿਸਟ ਵੀਜ਼ਾ ਦੇ ਉੱਤੇ ਇੱਥੇ ਆਏ ਨੇ ਤੇ ਇੱਥੇ ਆ ਕੇ ਬਾਅਦ ਚੋਂ ਸਟਕ ਹੋ ਗਏ ਨੇ, ਹੁਣ ਉਹ ਚਾਹ ਰਹੇ ਨੇ ਕਿ ਆਪਣੇ ਆਪ ਨੂੰ ਇਸ ਵੀਜ਼ੇ ਨੂੰ ਬਦਲ ਕੇ ਸਟੂਡੈਂਟ ਵੀਜ਼ਾ ਦੇ ਵਿੱਚ ਕਰ ਦਿੱਤਾ ਜਾਏ। ਇਹ ਕਿੰਨਾ ਕੁ ਆਸਾਨ ਹੈ ਤੇ ਕਿੰਨਾ ਕੁ ਔਖਾ ਹੈ ਉਹਨਾਂ ਦੇ ਲਈ ਜਾਣਾ ਟੂਰਿਸਟ ਵੀਜ਼ੇ ਤੋਂ ਸਟੂਡੈਂਟ ਵੀਜ਼ਾ ਦੇ ਉੱਤੇ? ਦੇਖੋ ਜਿਹੜਾ ਟੂਰਿਸਟ ਵੀਜ਼ਾ ਤੋਂ ਸਟੂਡੈਂਟ ਵੀਜ਼ਾ ਤੇ ਜਾਣਾ ਡਿਪੈਂਡਸ ਔਨ ਕਿ ਹਾਂ ਜਿਹੜਾ ਸਟੂਡੈਂਟ ਹੈਗਾ ਜਿਸਨੇ ਅਪਲਾਈ ਕਰਨਾ ਸਟੂਡੈਂਟ ਵੀਜ਼ਾ, ਕਲਾਇੰਟ ਉਸਨੇ ਕੀ ਕੀਤਾ ਹੈਗਾ ਪਹਿਲਾਂ, ਤੇ ਉਹ ਕੀ ਕਰਨਾ ਚਾਹੁੰਦਾ, ਮਤਲਬ ਜੋ ਕਰਨਾ ਚਾਹੁੰਦਾ ਹੈ ਉਸਦੇ ਬੈਕਗਰਾਉਂਡ ਦੇ ਨਾਲ ਮੈਚ ਵੀ ਹੋ ਰਿਹਾ ਜਾਂ ਨਹੀਂ ਹੋ ਰਿਹਾ, ਠੀਕ ਹੈ। ਤੇ ਆਪਣਾ ਜਦ ਉਸਨੇ ਆਪਣੀ ਸਟੱਡੀਜ਼ ਫਿਨਿਸ਼ ਕੀਤੀਆਂ ਸੀ ਉਸ ਤੋਂ ਬਾਅਦ ਅੱਜ ਤੱਕ ਉਹ ਕੀ ਕਰ ਰਿਹਾ ਸੀਗਾ, ਅਗਰ ਤਾਂ ਕੁਝ ਨਹੀਂ ਕਰ ਰਿਹਾ ਸੀ, ਗੈਪ ਹੈ ਹੀ ਨਹੀਂ ਹੈਗਾ ਸੀਗਾ ਕਾਫੀ ਜ਼ਿਆਦਾ, ਤੇ ਤੁਸੀਂ ਜਸਟੀਫਾਈ ਨਹੀਂ ਕਰ ਪਾ ਰਹੇ then yes definitely it gonna create an issue ਕਿ ਵੀਜ਼ਾ ਦੇ ਵਿੱਚ ਤੁਸੀਂ ਉਹ ਵੀਜ਼ਾ ਮੇ ਵੀ ਚਾਂਸਸ ਹੈ ਵੀਜ਼ਾ ਆਫਿਸਰ ਸੈਟੀਸਫਾਈ ਨਾ ਹੋਵੇ ਕਿ ਹਾਂ ਤੁਸੀਂ ਜੈਨੂਇਨ ਸਟੂਡੈਂਟ ਹੋ, ਠੀਕ ਹੈ। ਤੇ ਦੂਸਰਾ ਕਈ ਸਟੂਡੈਂਟ ਐਸੇ ਹੁੰਦੇ, ਕਈ ਕੇਸਿਸ ਮੈਂ ਐਸੇ ਵੀ ਦੇਖੇ ਹੈ ਟੂਰਿਸਟ ਵੀਜ਼ਾ ਤੇ ਆਏ ਹੁੰਦੇ ਆ ਉਰੇ, ਉਹਨਾਂ ਦੀ ਬੈਕਗਰਾਉਂਡ ਹੁੰਦੀ ਹੈ ਲੈਟਸ ਸੇ ਐਡਮਿਨ ਦੀ, ਠੀਕ ਹੈ, ਤਾਂ ਉਹ ਕੁੱਕਰੀ ਦੇ ਵਿੱਚ ਵੀਜ਼ਾ ਪਾ ਦਿੰਦੇ ਆ ਜਿਹੜੀ ਕਿ ਬਿਲਕੁਲ ਮੈਚ ਵੀ ਨਹੀਂ ਹੁੰਦਾ ਤੁਹਾਡੀ ਬੈਕਗਰਾਉਂਡ ਦੇ ਨਾਲ। ਤੇ ਡੈਫੀਨਿਟਲੀ ਅਗਰ ਤੁਹਾਡੀ ਬੈਕਗਰਾਉਂਡ ਨਾਲ ਮੈਚ ਨਹੀਂ ਹੋ ਰਿਹਾ ਤਾਂ ਤੁਸੀਂ ਯੂ ਕਾਂਟ ਪ੍ਰੂਵ ਕਿ ਤੁਸੀਂ ਜੈਨੂਇਨ ਸਟੂਡੈਂਟ ਹੋ, ਜਿਸ ਦੇ ਕਰਕੇ ਵੀਜ਼ਾਸ ਰਿਫਿਊਜ਼ਲਸ ਆਏ ਆ ਕਾਫੀ ਸਾਰੇ। ਇਹ ਬੜਾ ਵੈਲਿਡ ਤੁਹਾਡਾ ਪੁਆਇੰਟ ਹੈਗਾ। ਤੇ ਵੈਸੇ ਜੇ ਕੋਈ ਚਾਹ ਵੀ ਰਿਹਾ, ਜਿਹੜੇ ਸਾਨੂੰ ਦੇਖ ਰਹੇ ਨੇ, ਅਗਰ ਕੋਈ ਸਟੂਡੈਂਟਸ ਚਾਹ ਵੀ ਰਹੇ ਨੇ ਕਿ ਆਪਣੇ ਟੂਰਿਸਟ ਵੀਜ਼ੇ ਨੂੰ ਸਟੂਡੈਂਟ ਵੀਜ਼ਾ ਦੇ ਵਿੱਚ ਬਦਲਣਾ, ਤੇ ਮੈਂ ਇਹ ਕਹਾਂਗਾ ਕਿ ਸਾਡੇ ਕੋਲ ਕਰਨ ਸਹਿਗਲ ਜੀ ਹੈਗੇ ਨੇ ਮੈਲਬਨ ਦੇ ਵਿੱਚ, ਇਹਨਾਂ ਨੂੰ ਮਾਈਗ੍ਰੇਟ ਮੀ ਐਕਸਪਰਟ ਤੇ ਯੂਨੀਵੀਜ਼ਾ ਕੰਸਲਟੈਂਟ ਦੇ ਨਾਮ ਦੇ ਉੱਤੇ ਕੋਲਿਨ ਸਟਰੀਟ ਤੇ ਇਹਨਾਂ ਦਾ ਆਫਿਸ ਹੈ, ਥੱਲੇ ਨੰਬਰ ਦਿੱਤਾ ਪਿਆ, ਐਡਰੈਸ ਦਿੱਤਾ ਪਿਆ, ਤੁਸੀਂ ਇਹਨਾਂ ਨੂੰ ਕੰਸਲਟ ਕਰ ਸਕਦੇ ਹੋ ਕਿਸੇ ਵੀ ਟਾਈਮ ਤੇ ਇਹ ਤੁਹਾਡੀ ਹੈਲਪ ਕਰ ਸਕਦੇ ਨੇ ਇਸ ਨੂੰ, ਤੇ ਨਾਲੇ ਦੇ ਨਾਲ ਹੀ ਇਹ ਤੁਹਾਨੂੰ ਗਾਈਡ ਵੀ ਕਰ ਸਕਦੇ ਨੇ ਕਿ ਕਿਹੜਾ ਤੁਹਾਡੀ ਬੈਕਗਰਾਉਂਡ ਦੇ ਅਕੋਰਡਿੰਗਲੀ ਕੀ ਫਿਟ ਬੈਠਦਾ ਤੁਹਾਨੂੰ, ਤੇ ਜਿਹਦੇ ਵਿੱਚ ਤਾਂ ਕਿ ਤੁਹਾਡਾ ਜਿਹੜਾ ਇਹ ਐਪਲੀਕੇਸ਼ਨ ਹੈਗੀ ਹੈ ਇਹ ਉਹ ਰਿਜੈਕਟ ਨਾ ਹੋਵੇ। ਤੇ ਜੇ ਕਰਨ ਜੀ ਹੁਣ ਅਸੀਂ ਅੱਗੇ ਵਧੀਏ ਥੋੜਾ ਜਿਹਾ, ਤੇ ਇਮੀਗ੍ਰੇਸ਼ਨ ਆਫਿਸ ਨੇ 2-3 ਦਿਨ ਹੋਏ ਨੇ ਕੁਝ ਨਵੀਆਂ ਚੇਂਜਸ ਲਿਆਂਦੀਆਂ ਉਹਨਾਂ ਸਟੂਡੈਂਟਸ ਲਈ ਜਿਹੜੇ ਕਿ ਕੋਵਿਡ ਦੇ ਦੌਰਾਨ ਜਦੋਂ ਇੰਡੀਆ ਗਏ ਸਨ ਤੇ ਇੰਡੀਆ 'ਚ ਜਾ ਕੇ ਸਟਕ ਹੋ ਗਏ, ਤੇ ਉਹਨਾਂ ਨੇ ਕਈਆਂ ਨੇ ਪੀਆਰ ਪਾਣੀ ਸੀ ਉੱਥੇ ਸਟਕ ਹੋ ਗਏ, ਉਹ ਪਾ ਨਹੀਂ ਸਕੇ, ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ, ਜਾਂ ਕਈਆਂ ਨੇ ਆਪਣਾ 1 ਸਾਲ ਦਾ ਐਕਸਪੀਰੀਅੰਸ ਵਗੈਰਾ ਕਰ ਲਿਆ ਹੋਇਆ ਸੀ ਮਗਰ ਪੀਆਰ ਪਾਉਣ ਤੋਂ ਪਹਿਲੇ ਇੰਡੀਆ ਵੈਸੇ ਹੀ ਚਲੇ ਗਏ ਮਹੀਨੇ ਕੇ ਲਈ, ਉੱਥੇ ਜਾ ਕੇ ਸਟਕ ਹੋ ਗਏ, ਪੀਆਰ ਪਾ ਨਹੀਂ ਸਕੇ। ਹੁਣ ਥੋੜੀ ਜੀ ਡਿਪਾਰਟਮੈਂਟ ਨੇ ਨਰਮੀ ਦਿਖਾਉਂਦੇ ਉਹਦੇ 'ਚ ਕੁਝ ਚੇਂਜਸ ਲਿਆਂਦੀਆਂ, ਤੁਸੀਂ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਉਹਨਾਂ ਸਟੂਡੈਂਟਸ ਲਈ ਵੀ ਉਹ ਕਿਸ ਤਰੀਕੇ ਨਾਲ ਪੀਆਰ ਪਾ ਸਕਦੇ ਨੇ ਇੰਡੀਆ 'ਚ। ਦੇਖੋ ਜਿਹੜੀ ਮੇਨ ਚੇਂਜਸ ਆਈਆਂ ਸਟੂਡੈਂਟਸ ਨੂੰ ਲੈ ਕੇ, ਉਹ ਮੇਨ ਚੇਂਜਸ ਆਈਆਂ ਟੀਆਰ ਦੇ ਵਿੱਚ 485 ਵੀਜ਼ਾ ਹੈਗਾ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਨਾਟ ਪੀਆਰ, ਟੀਆਰ ਦੇ ਵਿੱਚ ਚੇਂਜਸ ਕਿਉਂਕਿ ਜਿਹੜਾ ਵੀ ਕੋਈ ਵੀ ਸਟੂਡੈਂਟ ਹੈ ਸਟੱਡੀ ਫਿਨਿਸ਼ ਕਰਨ ਤੋਂ ਬਾਅਦ ਉਹਨਾਂ ਨੂੰ 2 ਸਾਲ ਦਾ ਜਾਂ 1.5 ਸਾਲ ਦਾ ਵਰਕ ਵੀਜ਼ਾ ਮਿਲਦਾ ਸੀਗਾ। ਉਹ ਵਰਕ ਵੀਜ਼ਾ ਅਪਲਾਈ ਕਰਨ ਲਈ ਕੰਡੀਸ਼ਨ ਹੁੰਦੀ ਸੀਗੀ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਹੋਣਾ ਚਾਹੀਦਾ ਤੇ ਵਿਦਿਨ ਲਾਸਟ 6 ਮੰਥਸ ਉਹਨਾਂ ਨੇ ਸਟੱਡੀ ਫਿਨਿਸ਼ ਕੀਤੀ ਹੋਣੀ ਚਾਹੀਦੀ ਹੈ। ਡਿਪਾਰਟਮੈਂਟ ਨੇ ਇਸ ਦੇ ਵਿੱਚ ਹੀ ਚੇਂਜਸ ਲਿਆਂਦੀਆਂ, ਉਹਨਾਂ ਨੇ ਕਿਹਾ ਕਿ ਜਿਹੜੀ ਈਵਨ ਉਹਨਾਂ ਦੇ ਵਿੱਚ ਇਹ ਵੀ ਕੰਡੀਸ਼ਨ ਸੀਗੀ ਕਿ ਤੁਸੀਂ 2 ਸਾਲ ਦੀ ਫੁੱਲ ਟਾਈਮ ਸਟੱਡੀ ਕੰਪਲੀਟ ਕੀਤੀ ਹੋਣੀ ਚਾਹੀਦੀ ਹੈ।
ਹੁਣ ਡਿਪਾਰਟਮੈਂਟ ਨੇ ਜੋ ਚੇਂਜਸ ਲਿਆਂਦੀਆਂ ਉਸ ਦੇ ਵਿੱਚ ਇਹ ਕਿਹਾ ਹੈ ਕਿ ਜਿਹੜੀ ਸਟੱਡੀਜ਼ ਤੁਸੀਂ ਆਨਲਾਈਨ ਕਰ ਰਹੇ ਹੋ ਤੇ ਲੈਟਸ ਸੇ ਇੰਡੀਆ ਬੈਠ ਕੇ ਜਾਂ ਕਿਸੇ ਹੋਰ ਕੰਟਰੀ 'ਚ ਤੁਸੀਂ ਉੱਥੋਂ ਬੈਠ ਕੇ ਕਰ ਰਹੇ ਹੋ, ਉਹ ਵੀ ਤੁਹਾਡੀ ਡਿਊਰਿੰਗ 2 ਇਅਰ ਜਿਹੜੀ ਹੈ ਉਸ ਦੇ ਵਿੱਚ ਕਾਊਂਟ ਹੋਏਗੀ। ਤੇ ਜਿਹੜਾ ਇਹ 485 ਵੀਜ਼ਾ ਹੈ, ਪਹਿਲਾਂ ਤੁਸੀਂ ਸਿਰਫ ਆਸਟ੍ਰੇਲੀਆ ਤੋਂ ਅਪਲਾਈ ਕਰ ਸਕਦੇ ਸੀ, ਉਹ ਹੁਣ ਤੁਸੀਂ ਆਫਸ਼ੋਰ ਤੋਂ ਵੀ ਅਪਲਾਈ ਕਰ ਸਕਦੇ ਹੋ, ਲੈਟਸ ਸੇ ਇੰਡੀਆ ਤੋਂ ਵੀ ਅਪਲਾਈ ਕਰ ਸਕਦੇ ਹੋ। ਤੇ ਜਿਹੜੀ ਇੱਕ ਹੋਰ ਮੇਜਰ ਚੇਂਜ ਇਹਨਾਂ ਨੇ ਕੀਤੀ ਹੈ ਉਹ ਹੈ ਕਿ ਪਹਿਲਾਂ ਜਿਹੜਾ ਟਾਈਮ ਡਿਊਰੇਸ਼ਨ ਸੀਗਾ ਕਿ ਤੁਸੀਂ ਸਟੱਡੀ ਕੰਪਲੀਟ ਕਰਨ ਦੇ 6 ਮਹੀਨੇ ਦੇ ਵਿੱਚ ਹੀ ਆਪਣਾ ਵੀਜ਼ਾ ਪਾਣਾ ਹੈਗਾ 485, ਉਸ ਨੂੰ ਉਹਨਾਂ ਨੇ ਵਧਾ ਕੇ 12 ਮਹੀਨੇ ਕਰ ਦਿੱਤਾ ਹੈਗਾ। ਗੁੱਡ, ਮਤਲਬ ਕਿ ਸਟੂਡੈਂਟਸ ਨੂੰ ਉਹਨਾਂ ਨੇ ਮੇਨ ਚੀਜ਼ ਜਿਹੜੀ ਕੀਤੀ ਹੈ ਕਿ ਜਿਹੜਾ ਪਹਿਲੇ ਔਨਸ਼ੋਰ ਪੈਂਦਾ ਸੀ ਉਹ ਹੁਣ ਆਫਸ਼ੋਰ ਵੀ ਪੈ ਸਕਦਾ ਤੇ ਟਾਈਮ ਪੀਰੀਅਡ ਵੀ 6 ਮਹੀਨੇ ਦਾ ਉਹਨਾਂ ਨੇ 12 ਮਹੀਨੇ ਕਰ 12 ਮਹੀਨੇ ਕਰਤਾ। ਹਾਂਜੀ, ਇਹ ਚੀਜ਼ ਇਹਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਸਟੂਡੈਂਟਸ ਨੂੰ ਇਦਾਂ ਉਹ ਮਦਦ ਮਿਲੇਗੀ ਜਿਹੜੇ ਇੰਡੀਆ 'ਚ ਜਾਂ ਹੋਰ ਵੱਖੋ ਵੱਖਰੀ ਕੰਟਰੀ 'ਚ ਸਟਕ ਬੈਠੇ ਨੇ। ਬਿਲਕੁਲ ਜੀ, ਡੈਫੀਨਿਟਲੀ ਉਹਨਾਂ ਨੂੰ ਮਦਦ ਮਿਲੇਗੀ, ਬਹੁਤ ਜ਼ਿਆਦਾ ਮਦਦ ਮਿਲੇਗੀ। ਬਿਕੋਜ਼ ਪਹਿਲਾਂ ਇਹ ਹੁੰਦਾ ਸੀਗਾ ਕਈ ਸਟੂਡੈਂਟ ਸਟਕ ਹੋ ਗਏ ਤੇ ਉਰੇ ਆ ਹੀ ਨਹੀਂ ਸਕੇ ਤੇ 6 ਮਹੀਨੇ ਦਾ ਟਾਈਮ ਉਹਨਾਂ ਦਾ ਲੰਘ ਵੀ ਚੁੱਕਿਆ ਆਲਰੇਡੀ। ਠੀਕ ਹੈ, ਅੱਛਾ, ਜਿਹੜਾ ਦਾ ਲੰਘ ਚੁੱਕਿਆ ਹੈ ਤੇ ਕੀ ਉਹ ਪਾ ਸਕਦੇ ਨੇ ਉਹਨਾਂ ਦੇ? ਹਾਂਜੀ ਹਾਂਜੀ, ਡੈਫੀਨਿਟਲੀ ਉਹਨਾਂ ਨੇ ਹੁਣ 12 ਮਹੀਨੇ ਦਾ ਕੀਤਾ ਬਿਕੋਜ਼ ਡਿਊਰਿੰਗ ਦੀ ਕੋਵਿਡ ਇਹ ਸਿਚੁਏਸ਼ਨ ਰਾਈਜ਼ ਹੋਈ ਹੈ। ਸੋ ਜਿਨ੍ਹਾਂ ਦਾ ਲੈਟਸ ਸੇ ਕੋਵਿਡ ਦੇ ਦੌਰਾਨ ਮਤਲਬ ਸਟੱਡੀਜ਼ ਫਿਨਿਸ਼ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਹੀ ਜ਼ਿਆਦਾ ਉਹ ਹੈਗਾ ਉਹਨਾਂ ਦੇ ਲਈ। ਠੀਕ ਹੈ, ਤੇ ਉਹਨਾਂ ਨੂੰ 12 ਮਹੀਨੇ ਦਾ ਟਾਈਮ ਮਿਲਿਆ ਹੈ। ਤੇ ਇੱਕ ਆਮ ਜਿਹੜਾ ਕਾਮਨ ਕੁਐਸਚਨ ਲੋਕਾਂ ਵੱਲੋਂ ਆ ਰਹੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਇੱਥੇ ਬਾਅਦ ਚੋਂ ਪ੍ਰੈਕਟੀਕਲੀ ਜਾਣਾ ਪੈਂਦਾ, ਆਟੋਮੋਬਾਈਲ ਇਹ ਵਗੈਰਾ, ਜਿਨ੍ਹਾਂ ਦੀ ਸਟੱਡੀ ਕੰਪਲੀਟ ਕੁਝ ਐਕਸਪੀਰੀਅੰਸ ਦਿਖਾਉਣਾ ਪੈਂਦਾ, ਇੰਡੀਆ 'ਚ ਸਟਕ ਹੈ, ਉਹਨਾਂ ਲਈ ਕੋਈ ਸੋਲੂਸ਼ਨ ਆਇਆ? ਨਹੀਂ, ਉਹਨਾਂ ਦੇ ਲਈ ਹਾਲੇ ਡਿਪਾਰਟਮੈਂਟ ਵੱਲੋਂ ਕੋਈ ਗਾਈਡਲਾਈਨਸ ਨਹੀਂ ਆਈਆਂ ਜੀ। ਅਸੀਂ ਵੇਟ ਕਰ ਰਹੇ ਹਾਂ ਉਸ ਚੀਜ਼ ਦੇ ਉੱਤੇ ਕਿ ਕੋਈ ਗਾਈਡਲਾਈਨਸ ਦੇਣ ਜਾਂ ਕੋਈ ਉਸ ਦੇ ਵਿੱਚ ਸਟੂਡੈਂਟਸ ਨੂੰ ਹੈਲਪ ਹੋ ਸਕੇ ਜਾਂ ਕਿਸੇ ਨੂੰ, ਬਟ ਹਜੇ ਐਜ਼ ਸੱਚ ਕੋਈ ਵੀ ਉਹ ਨਹੀਂ ਆਈ ਹੈਗੀ ਹੈ ਗਾਈਡਲਾਈਨਸ ਡਿਪਾਰਟਮੈਂਟ ਵੱਲੋਂ। ਕਿ ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ, ਜੇਕਰ ਅਸੀਂ ਸਿਰਫ ਇੰਡੀਆ ਦੀ ਹੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਜਿਸ ਤਰੀਕੇ ਨਾਲ ਸਾਰੇ ਬਿਜ਼ਨੈਸ ਖੁੱਲ ਰਹੇ ਨੇ, ਅਗਰ ਇੰਡੀਅਨ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਏਜੰਸੀਜ਼, ਉਹਨਾਂ ਦਾ ਕੋਈ ਕੰਟੈਕਟ ਰਾਬਤਾ ਇਹਨਾਂ ਦੇ ਨਾਲ ਹੋਵੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਦੇ ਨਾਲ, ਉਹ ਰੈਕੋਗਨਾਈਜ਼ਡ ਹੋਣ ਤੇ ਡਿਪਾਰਟਮੈਂਟ ਕਰ ਸਕਦਾ ਇਸ ਤਰੀਕੇ ਨਾਲ, ਅਗਰ ਉਹ ਚਾਹੇ ਡਿਪਾਰਟਮੈਂਟ ਕਿ ਉੱਥੇ ਜਾ ਕੇ ਉਹ ਪ੍ਰੈਕਟੀਕਲ ਐਕਸਪੀਰੀਅੰਸ ਲੈ ਲਿਆ ਜਾਵੇ। ਬਿਲਕੁਲ, ਡਿਪਾਰਟਮੈਂਟ ਦੇਖੋ ਹੁਣ ਜੋ ਕਰ ਰਿਹਾ ਇਸ ਟਾਈਮ ਵੀ ਜਿਹੜੀਆਂ ਉਹਨਾਂ ਦੀਆਂ ਵਰਕ ਪਲੇਸਮੈਂਟ ਅਸੈਸਮੈਂਟ ਹੁੰਦੀ ਹੈ ਉਹ ਬੇਸਿਕਲੀ ਵੀਡੀਓ ਕਾਨਫਰੰਸਿੰਗ ਦੇ ਥਰੂ ਹੋ ਰਹੀਆਂ ਇਸ ਟਾਈਮ। ਡਿਪਾਰਟਮੈਂਟ ਉੱਥੇ ਪਹਿਲਾਂ ਤਾਂ ਹੁੰਦਾ ਸੀਗਾ ਕਿ ਡਿਪਾਰਟਮੈਂਟ ਜਾਂਦਾ ਸੀ, ਉੱਥੇ ਚੈੱਕ ਕਰਦਾ ਸੀਗਾ ਡਿਪਾਰਟਮੈਂਟ ਦੇ ਆਫਿਸਰ, ਪਰ ਹੁਣ ਉਹ ਆਨਲਾਈਨ ਹੀ ਹੋ ਰਹੀਆਂ ਮੋਸਟਲੀ ਤੇ ਉਹ ਉੱਥੇ ਕਰ ਸਕਦੇ ਆ ਡੈਫੀਨਿਟਲੀ। ਅਗਰ ਡਿਪਾਰਟਮੈਂਟ ਇਹ ਚੀਜ਼ ਕਰ ਦੇਵੇ ਕਿ ਅਗਰ ਤੁਸੀਂ ਕਿਸੇ ਹੋਰ ਕੰਟਰੀ 'ਚ, ਜਿਵੇਂ ਕਿ ਐਗਜ਼ਾਮਪਲ ਹੈਗੀ ਹੈ, ਜੇ ਕੋਈ ਉੱਥੋਂ ਦੇ ਡਾਇਰੈਕਟ ਆਪਣੀ ਸਕਿੱਲ ਅਸੈਸ ਕਰਾਉਣਾ ਚਾਹੁੰਦਾ ਤੇ ਇੰਡੀਆ ਦਾ ਵਰਕ ਐਕਸਪੀਰੀਅੰਸ ਹੈ, ਉਹ ਡਿਪਾਰਟਮੈਂਟ ਕਾਊਂਟ ਕਰਦਾ ਹੈਗਾ, ਬਟ ਉਸਦਾ ਪ੍ਰੋਸੈਸ ਥੋੜਾ ਲੈਂਥੀ ਹੈਗਾ। ਸੇਮ ਵੇ ਦੇ ਨਾਲ ਕੁਝ ਰਿਲੈਕਸੇਸ਼ਨ ਅਗਰ ਪ੍ਰੋਵਾਈਡ ਕੀਤੀਆਂ ਜਾਣ ਸਟੂਡੈਂਟਸ ਨੂੰ ਤਾਂ ਉਹ ਮੇ ਬੀ ਹੈਲਪਫੁਲ ਹੋਣਗੀਆਂ ਸਟੂਡੈਂਟਸ ਦੇ ਲਈ। ਤੇ ਕਰਨ ਜੀ, ਲਾਸਟ ਦੇ ਉੱਤੇ ਤੁਸੀਂ ਜਿਹੜੇ ਇੱਥੇ ਆਸਟ੍ਰੇਲੀਆ 'ਚ ਇੰਟਰਨੈਸ਼ਨਲ ਸਟੂਡੈਂਟਸ ਨੇ, ਅੱਜ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਕਿ ਇਹ ਜਿਹੜੇ ਕੈਂਸਲੇਸ਼ਨ ਹੋ ਰਹੇ ਉਹਨਾਂ ਦੇ ਵੀਜ਼ੇ, ਇਹ ਕਿਉਂ ਹੋ ਰਹੇ ਨੇ, ਕਿੰਨਾਂ ਚੀਜ਼ਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ, ਤੇ ਤੁਸੀਂ ਲਾਸਟ ਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗਾ ਕਿ ਮੇਕ ਸ਼ੋਰ ਆਪਣੇ ਵੀਜ਼ਾ ਦੇ ਕੰਡੀਸ਼ਨਸ ਹੈ ਜਿਹੜੀਆਂ ਉਸ ਨੂੰ ਬ੍ਰੀਚ ਨਾ ਕਰਨ, ਜਿਸ ਦੇ ਵਿੱਚ ਅੱਜ ਕੱਲ੍ਹ ਜਿਹੜੀ ਮੇਜਰ ਕੈਂਸਲੇਸ਼ਨਸ ਹੁੰਦੀਆਂ, ਜਿਵੇਂ ਮੈਂ ਦੱਸਿਆ ਸੀਗਾ ਕਿ ਤਾਂ ਅਗਰ ਜ਼ਿਆਦਾ ਘੰਟੇ ਕੰਮ ਕਰਦੇ ਹਾਂ ਉਸ 'ਤੇ ਹੈ। ਤੇ ਇੱਕ ਜਿਹੜੀ ਹੋਰ ਸਭ ਤੋਂ ਵੱਡੀ ਜਿਹੜੀ ਮੇਜਰ ਜਿਹੜੀ ਬ੍ਰੀਚ ਸਟੂਡੈਂਟਸ ਕਰਦੇ ਆ ਕੇ, ਐਂਡ ਮੋਸਟਲੀ ਮੈंने ਦੇਖਿਆ ਮੋਸਟ ਆਫ ਦੀ ਸਟੂਡੈਂਟਸ ਉਸ ਦੇ ਵਿੱਚ ਆ ਜਾਂਦੇ ਆ, ਤੇ ਉਹ ਹੈਗੀ ਹੈ ਕਿ ਉਹ ਆਪਣਾ ਜਦ ਕੋਰਸ ਚੇਂਜ ਕਰ ਲੈਂਦੇ ਆ ਵਿਚ ਇਜ਼ AQF ਲੈਵਲ। ਜਿਵੇਂ ਉਹ ਬੈਚਲਰ ਦੇ ਵਿੱਚ ਆਏ ਆ, ਉਹ ਬੈਚਲਰ ਛੱਡ ਕੇ ਡਿਪਲੋਮਾ ਦੇ ਵਿੱਚ ਚਲੇ ਜਾਂਦੇ ਆ। ਇਹ ਸਭ ਤੋਂ ਵੱਡੀ ਬ੍ਰੀਚ ਹੈਗੀ ਹੈ। ਇਸ ਦੇ ਵਿੱਚ ਡਿਪਾਰਟਮੈਂਟਸ ਨੇ ਕਾਫੀ ਸਟੂਡੈਂਟਸ ਨੂੰ ਨੋਟਿਸ ਆਫ ਕੈਂਸਲੇਸ਼ਨ, ਇੰਟੈਂਸ਼ਨ ਟੂ ਕੈਂਸਲੇਸ਼ਨ ਇਸ਼ੂ ਕੀਤਾ ਤੇ ਉਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੋਰਸ ਕਿਉਂ ਚੇਂਜ ਕੀਤਾ, ਤੇ ਕਾਫੀ ਸਟੂਡੈਂਟਸ ਦੇ ਇਸ ਉੱਤੇ ਵੀਜ਼ੇ ਕੈਂਸਲ ਹੋਏ ਹੈਗੇ ਆ। ਸੋ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗਾ, ਜੇ ਤੁਸੀਂ ਬੈਚਲਰ 'ਚ ਆਏ ਹੋ, ਬੈਚਲਰ ਮੇਕ ਸ਼ੋਰ ਤੁਸੀਂ ਕੋਰਸ ਅਗਰ ਚੇਂਜ ਕਰ ਰਹੇ ਹੋ ਤਾਂ ਬੈਚਲਰ ਲੈਵਲ ਦਾ ਹੀ ਚੇਂਜ ਕਰੋ, ਨਾ ਕਿ ਤੁਸੀਂ ਸਰਟੀਫਿਕੇਟ 3 ਜਾਂ ਸਰਟੀਫਿਕੇਟ 4 ਤੇ ਜਾਓ। ਤੁਹਾਨੇ AQF ਲੈਵਲ ਮੇਨਟੇਨ ਕਰਕੇ ਰੱਖਣਾ ਹੈਗਾ। ਸੋ ਮੇਕ ਸ਼ੋਰ ਸਾਰੇ ਸਟੂਡੈਂਟਸ ਜਿਹੜੇ ਵੀ ਹੈਗੇ ਆ ਉਹ ਆਪਣਾ AQF ਲੈਵਲ ਮੇਨਟੇਨ ਕਰਨ, AQF ਲੈਵਲ ਨਾ ਚੇਂਜ ਕਰਨ। ਬਿਲਕੁਲ ਠੀਕ। ਤੇ ਮੈਂ ਜਾਣ ਤੋਂ ਪਹਿਲੇ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਾਂਗਾ, ਜਿਹੜਾ ਕਿ ਮੈਨੂੰ ਅੱਜ ਹੀ ਮੈਸੇਜ ਆਇਆ ਹੈ, ਤੇ ਅੱਜ ਹੀ ਇੱਕ ਮੈਸੇਜ ਆਇਆ ਵੀ ਇੱਥੇ ਕੋਈ ਕਿਸੇ ਨੇ 482 ਵੀਜ਼ੇ ਤੇ ਹੈਗਾ ਰਹਿ ਰਹੇ ਨੇ, ਤੇ ਉਹ 482 ਵੀਜ਼ੇ ਤੋਂ ਜੋ ਵੀ ਕੰਡੀਸ਼ਨ ਹੈਗੀ ਹੈ ਉਹ ਚਾਹ ਰਹੇ ਨੇ ਕਿ ਹੁਣ ਉਸਨੂੰ ਤਬਦੀਲ ਕਰਕੇ ਸਟੂਡੈਂਟ ਵੀਜ਼ਾ ਦੇ ਉੱਤੇ ਜਾਣਾ। ਕਿੰਨਾ ਕੁ ਆਸਾਨ ਜਾਂ ਕੀ ਪ੍ਰੋਸੀਜਰ ਹੋਏਗਾ ਇਹਦਾ ਜਾਣ? ਦੇਖੋ, ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਯੈਸ ਪੋਸੀਬਿਲਿਟੀਜ਼ ਹਰ ਹੁੰਦੀਆਂ ਹੈਗੀਆਂ ਡੈਫੀਨਿਟਲੀ। ਅਗਰ ਤੁਸੀਂ ਡਿਪਾਰਟਮੈਂਟ ਨੂੰ ਪ੍ਰੂਵ ਕਰ ਸਕਦੇ ਹੋ ਕਿ ਤੁਸੀਂ ਜੈਨੂਇਨ ਸਟੂਡੈਂਟ ਹੋ ਐਂਡ ਯੂ ਰੀਅਲੀ ਵਾਂਟ ਟੂ ਸਟੱਡੀ, ਐਂਡ ਜਿਹੜੀ ਸਟੱਡੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਪੁਰਾਣੀ ਸਟੱਡੀਜ਼ ਤੇ ਐਕਸਪੀਰੀਅੰਸ ਨਾਲ ਮੈਚ ਹੋ ਰਹੀ ਹੈ,
ਤਾਂ ਡੈਫੀਨਿਟਲੀ ਯੂ ਕੈਨ ਗੈਟ ਦ ਸਟੂਡੈਂਟ ਵੀਜ਼ਾ। ਬਹੁਤ ਬਹੁਤ ਸ਼ੁਕਰੀਆ ਕਰਨ ਜੀ ਤੁਹਾਡਾ ਸਾਡੇ ਨਾਲ ਜੁੜਨ ਦਾ, ਤੇ ਖਾਸ ਕਰਕੇ ਬੜੀ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਸਾਰੇ ਸਟੂਡੈਂਟਸ ਦੀ, ਕਿ ਉਹਨਾਂ ਦੇ ਵੀਜ਼ੇ ਕਿਉਂ ਕੈਂਸਲ ਹੁੰਦੇ ਨੇ ਤੇ ਕਿਸਨਾਂ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ, ਤਾਂ ਜੋ ਕਿ ਉਹਨਾਂ ਦਾ ਵੀਜ਼ਾ ਕੈਂਸਲ ਨਾ ਹੋਵੇ ਤੇ ਜਿਹੜੇ ਸੁਪਨੇ ਲੈ ਕੇ ਉਹ ਇੱਥੇ ਆਏ ਨੇ ਆਸਟ੍ਰੇਲੀਆ ਦੇ ਵਿੱਚ ਉਹ ਉਸ ਨੂੰ ਫੁੱਲਫਿਲ ਕਰ ਪਾਉਣ ਤੇ ਆਪਣੇ ਮਾਪਿਓ ਦੇ ਸੁਪਨੇ ਸਾਕਾਰ ਕਰ ਪਾਉਣ। ਤੇ ਇਹ ਜਾਣ ਤੋਂ ਪਹਿਲੇ ਮੈਂ ਇੱਕ ਵਾਰੀ ਫੇਰ ਕਹਾਂਗਾ ਕਿ ਕਰਨ ਸਹਿਗਲ ਜੀ ਹੁਣੀ ਮੈਲਬਨ ਦੇ ਵਿੱਚ ਯੂਨੀਵੀਜ਼ਾ ਕੰਸਲਟੈਂਟ ਤੇ ਮਾਈਗ੍ਰੇਟ ਮੀ ਐਕਸਪਰਟਸ ਦੇ ਨਾਂ ਤੇ ਹੈਗੇ ਨੇ। ਇਹਨਾਂ ਦੇ ਨੰਬਰ ਇੱਥੇ ਥੱਲੇ ਦਿੱਤੇ ਪਏ ਨੇ, ਤੁਸੀਂ ਕਿਸੇ ਵੀ ਟਾਈਮ ਤੇ ਈਮੇਲ, ਮੋਬਾਈਲ ਨੰਬਰ ਜਾਂ ਜਿਹੜਾ ਵੀ ਲੈਂਡਲਾਈਨ ਨੰਬਰ ਹੈ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਆਪਣੇ ਮਸਲਿਆਂ ਦੇ ਜਿਹੜੇ ਵੀ ਹੱਲ ਹੈਗੇ ਨੇ ਇਹ ਤੁਹਾਨੂੰ ਦੱਸ ਸਕਦੇ ਨੇ, ਆਪਣੇ ਮਸਲਿਆਂ ਦੇ ਤੁਸੀਂ ਹੱਲ ਇਹਨਾਂ ਤੋਂ ਕਰਵਾ ਸਕਦੇ ਨੇ। ਤੇ ਐਂਡ ਦੇ ਉੱਤੇ ਕਰਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਯੂਨੀਵੀਜ਼ਾ ਕੰਸਲਟੈਂਟਸ ਡੀਲ ਕਰਦਾ ਹੈ ਹਰ ਦੇਸ਼ ਦੇ ਸਟੱਡੀ ਵੀਜ਼ਾ ਦੇ ਵਿੱਚ। ਸਿਰਫ ਇੱਥੋਂ ਤੱਕ ਹੀ ਨਹੀਂ, ਜਦੋਂ ਸਟੱਡੀ ਵੀਜ਼ਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਵੀ ਸਟੂਡੈਂਟਸ ਦੀ ਹੈਲਪ ਕੀਤੀ ਜਾਂਦੀ ਹੈ। ਜਿਵੇਂ ਕਿ ਜੇਕਰ ਸਟੂਡੈਂਟ ਨੇ ਅਕੋਮੋਡੇਸ਼ਨ ਲੈਣੀ ਹੈ, ਕੋਰਸ ਰਜਿਸਟਰ ਕਰਨਾ ਹੈ, ਕਿਉਂਕਿ ਸਟੱਡੀ ਵੀਜ਼ਾ ਤੋਂ ਬਾਅਦ ਵਰਕ ਪਰਮਿਟ ਜਾਂ PR ਅਪਲਾਈ ਕਰਨੀ ਹੈ। ਯੂਨੀਵੀਜ਼ਾ ਕੰਸਲਟੈਂਟਸ ਇਸ ਤੋਂ ਬਿਨਾਂ ਟੂਰਿਸਟ ਵੀਜ਼ਾ ਐਂਡ ਬਿਜ਼ਨਸ ਵੀਜ਼ਾ ਵਿੱਚ ਵੀ ਡੀਲ ਕਰਦਾ ਹੈ। ਯੂਨੀਵੀਜ਼ਾ ਕੰਸਲਟੈਂਟਸ ਦੀਆਂ ਇੰਡੀਆ, ਆਸਟ੍ਰੇਲੀਆ, ਕੈਨੇਡਾ ਅਤੇ UK ਦੇ ਵਿੱਚ ਬ੍ਰਾਂਚਸ ਹਨ। ਇੰਡੀਆ ਦੇ ਵਿੱਚ ਪੰਜਾਬ ਵਿੱਚ 3 ਬ੍ਰਾਂਚਸ ਹਨ ਜੋ ਕਿ ਬਠਿੰਡਾ, ਮੋਹਾਲੀ ਅਤੇ ਸੰਗਰੂਰ ਵਿੱਚ ਲੋਕੇਟਡ ਹਨ। ਸੋ ਕਿਸੇ ਵੀ ਕੰਟਰੀ ਦੇ ਵੀਜ਼ਾ ਸੰਬੰਧੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰਸ ਤੋਂ ਲੈ ਸਕਦੇ ਹੋ।